सत श्री अकाल दोस्तों, पंजाबी ਸਾਹਿਤਕ मंच यूट्यूब चैनल ਤੇ मैं दीप जगदीप हाज़र है जी एक नवी कहानी लैके। दोस्तों अज तुहाडे नाल सांझी करदे हां शमशेर सिंह डूमेवाल की लिखी कहानी निरपौ निरवैर। डूंगी नीज पर बाबा धर्म सिंह निरंतर जंड दे रुख नूं तकदा रहा। नज़रां मुੱਢ ते टाहणियां निहारदियां रहियां। एक पल अणकियासिया अजीब तसव्वर रूह तक डूंगा खुबदा है ते दूजे पल जिंदा दिली रूहानी वेदना ते पानी रोड़ दिंदी। एक पल मोह सागर दियां छल्लां वांगू उछलदा ते दूजे पल सिदकदी लो ज़मीर नूं नूरो नूर कर दिंदी। ਇਹ भी दुनियावी सच है कि मोह मत्ते लहू दे रिश्तियां दी असह पीड़ दुनियादारां दे जहन च सौखे कित्या रिसणों नहीं हटदी। मोह दा वेग भी पलकां चों नीर बन बन फुटदा है। शायद उस वेले बाबे दे जहन च भी बेअथाह पीड़ां सन। जंड तक पुज्जियां पैड़ां भी लहू लहान सन, पर इन्हां दा मनहूस दर्द कदे भी किसी अखां थाणी वहिंदा नहीं सी वेखिया। उस दी जुबान च हमेशा अकाल पुरख लई सजदा सी, पर शिकवा नहीं। उस दी जिंदगी कदम दर कदम कादर दी कुदरत प्रति कर्जदार रही, पर काफर कदे ना हुई। अज भी उदों दा सच कन्नी सुन के ਉਹ रूहों हौला फुल सी, जिस कदर कदे दशमेश पिता ने पुत्रां दा जोड़ा वतन प्रस्ती दी अजमत लेखे ला के माशीवाड़े दे जंगलां च जंड हेठ यारड़े सत्थर हंडाया सी। अज उसे तरज दा दुखांत हंडा के फकीर होया कलगीधर दा नादी पुत बाबा धर्म सिंह अकाल पुरख दे भाणे दे शुकराने च मशरूफ सी। पीड़ां दा ही अफसाना अज उसने कोई ताज़ा नहीं सी पढ़िया। इस दा किस्सा तां ਉਹ जिंदगी दीआं तैहां च उदों तो ही दप्पी घुंमदा सी जदों 2 दहाके ਪਹਿਲਾਂ ਕਰਮ ਕੌਰ ਨੂੰ 3 ਪੁੱਤ ਯਤੀਮ ਕਰਕੇ ਕੈਂਸਰ ਨਿਕਲ ਗਿਆ। ਬਾਬੇ ਦਾ ਜੇਠਾ ਪੁੱਤਰ ਅਮਰੀਕ ਸਿੰਘ ਉਦੋਂ 12 ਵਰਿਆਂ ਦਾ ਸੀ ਤੇ ਛੋਟਾ ਗੁਰਚੇਤ 10 ਵਰਿਆਂ ਦਾ। ਸਭ ਤੋਂ ਛੋਟਾ ਬਲਜੀਤ 2.5 ਵਰਿਆਂ ਦਾ ਸੀ। ਲੋਰੀ ਦਾ ਹਾਣੀ। ਲਾ ਇਲਾਜ ਕੈਂਸਰ ਦਾ ਕੋਈ ਇਲਾਜ ਨਹੀਂ। ਅਟੱਲ ਤੇ ਅਮੋੜ ਭਾਵੀ ਨੂੰ ਟਾਲ ਕੌਣ ਸਕਦਾ ਹੈ। ਮੇਰੇ ਯਤੀਮਾਂ ਨੂੰ ਅਜਾਬੋਂ ਬਚਾਇਓ। ਐਸਾ ਮੋਹ ਤੇ ਸੰਸਕਾਰ ਦਿਓ ਕਿ ਇਹ ਮਾਂ ਦੀ ਮਮਤਾ ਨੂੰ ਭੁੱਲ ਕੇ ਕਦੇ ਵੀ ਯਾਦ ਨਾ ਕਰਨ। ਮੇਰੀ ਇਹ ਦਿਲੀ ਇੱਛਾ ਤੇ ਤੁਹਾਨੂੰ ਅਪੀਲ ਹੈ। ਜਾਂਦੀ ਜਾਂਦੀ ਕਰਮ ਕੌਰ ਨੇ ਪੁੱਤਾਂ ਦੇ ਪਿਓ ਦੇ ਨਾਲ ਮਾਸੂਮਾਂ ਦੀ ਭੂਆ ਭਾਗੋ ਨੂੰ ਵੀ ਰਿਸ਼ਤਿਆਂ ਦੇ ਫਰਜ਼ ਨਿਭਾਉਣ ਪ੍ਰਤੀ ਪਾਬੰਦ ਕਰ ਦਿੱਤਾ, ਜੋ ਪਹਿਲਾਂ ਹੀ ਵਿਧਵਾ ਜੂਨ ਹਟਾਉਂਦੀ ਸੀ। ਇੱਕ ਧੀ ਦੀ ਮਾਂ ਸੀ ਤੇ ਉਸ ਦੀ ਜ਼ਿੰਦਗੀ ਸਹੁਰਿਆਂ ਤੋਂ ਵਧੇਰੇ ਆਪਣੇ ਭਰਾ ਬਾਬੇ ਧਰਮ ਸਿੰਘ ਤੇ ਹੀ ਮੁਨਸਰ ਸੀ। ਕਰਮ ਕੌਰ ਦੇ ਪਿੱਛੋਂ ਉਸਨੇ ਆਪਣੇ ਨਿਭਾਏ ਫਰਜ਼ਾਂ ਤੇ ਉਂਗਲ ਧਰਨ ਨੂੰ ਕੋਈ ਥਾਂ ਨਾ ਛੱਡੀ। ਉਸ ਦੇ ਹੁੰਦਿਆਂ ਮਾਂ ਦੀ ਅਣਹੋਂਦ ਯਤੀਮਾਂ ਨੂੰ ਮਹਿਸੂਸ ਨਾ ਹੋਈ। ਛੋਟਾ ਬਲਜੀਤ ਤਾਂ ਪਲਿਆ ਵੀ ਉਹਦਾ ਦੁੱਧ ਚੁੰਘ ਕੇ ਹੀ ਸੀ। 4 ਕੁ ਮਹੀਨਿਆਂ ਦਾ ਤਕਾਜ਼ਾ ਹੀ ਸੀ ਉਹਦੇ ਤੇ ਭਾਗੋ ਦੀ ਧੀ ਦੇ ਵਿਚਕਾਰ। ਭਾਗੋ ਦਾ ਕਰਮ ਕੌਰ ਦੀ ਮੌਤ ਤੋਂ ਬਾਅਦ ਜ਼ਿਆਦੇ ਵਕਤ ਪੇਕੇ ਘਰ ਹੀ ਗੁਜ਼ਰਿਆ। ਕਦੇ ਕਦਾਈ ਜਦੋਂ ਉਹ ਸਹੁਰੇ ਪਿੰਡ ਗੇੜਾ ਮਾਰਦੀ ਤਾਂ ਉਹ ਆਪਣੀ ਧੀ ਤੇ ਛੋਟੇ ਬਲਜੀਤ ਨੂੰ ਨਾਲ ਹੀ ਲੈ ਜਾਂਦੀ। ਅਮਰੀਕ ਤੇ ਗੁਰਚੇਤ ਅਕਸਰ ਬਾਬੇ ਧਰਮ ਸਿੰਘ ਕੋਲ ਹੀ ਰਹਿੰਦੇ, ਖੇਤੀ ਸਾਂਭਦੇ ਤੇ ਪੜ੍ਹਾਈ ਵੀ ਕਰਦੇ। ਭਾਗੋ ਨੇ ਕਰਮ ਕੌਰ ਦੀ ਡਿਊਟੀ ਸਾਂਭੀ ਤਾਂ ਘਰ ਮੁੜ ਉਹੀ ਲੀਹ ਤੇ ਚੱਲ ਪਿਆ ਜੋ ਉਸ ਤੇ ਜਿਉਂਦਿਆਂ ਜੀ ਸੀ। ਪਿੰਡ ਹੀ ਨਹੀਂ, ਆਸ-ਪਾਸ ਦੇ ਕਈ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦਾ ਸਹਾਰਾ ਬਾਬੇ ਦਾ ਘਰ ਸੀ। ਬਹੁਤੇ ਲੋੜਵੰਦ ਸਾਰਾ ਦਿਨ ਕੰਮ ਕਰਦੇ ਤੇ ਪ੍ਰਸ਼ਾਦਾ ਬਾਬੇ ਧਰਮ ਸਿੰਘ ਦੇ ਘਰ ਛਕਦੇ। ਵੇਲੇ ਕੁਵੇਲੇ ਕੋਈ ਆਵੇ ਤਾਂ ਇਸ ਘਰ ਵਿੱਚ ਨਾ ਤਾਂ ਕਿਸੇ ਨੂੰ ਜਵਾਬ ਸੀ ਤੇ ਨਾ ਹੀ ਕਿਸੇ ਪ੍ਰਤੀ ਮੱਥੇ ਵੱਟ। ਇੱਥੇ ਨਾ ਕੋਈ ਮਜ਼ਹਬੀ ਵਿਤਕਰਾ ਸੀ ਤੇ ਨਾ ਹੀ ਕੋਈ ਨਫ਼ਰਤ। ਬਾਬੇ ਦੇ ਖੇਤਾਂ 'ਚ ਕਿਰਤ ਦਾ ਸਿਧਾਂਤ ਜਿਉਂਦਾ ਸੀ ਤੇ ਘਰ 'ਚ ਇਨਸਾਨੀਅਤ ਦੀ ਖਿਦਮਤ। ਇੱਥੇ 2 ਵੇਲੇ ਸਿਮਰਨ ਸੀ ਤੇ ਦਿਨ ਰਾਤ ਸਿਦਕ ਦਾ ਪਸਾਰ। ਛੋਟੇ ਮੋਟੇ ਬਿਮਾਰ ਲੋਕਾਂ ਲਈ ਤਾਂ ਇੱਥੇ ਦਵਾਈ ਦਾ ਲੰਗਰ ਵੀ ਚੱਲਦਾ ਸੀ। ਸਾਂਝ ਵੇਲੇ ਗੁਰਮਤਿ ਦੀਆਂ ਵਿਚਾਰਾਂ ਹੁੰਦੀਆਂ, ਸਟੀਕ ਸਹਿਜ ਪਾਠ ਦੀ ਲੜੀ ਜਾਰੀ ਰਹਿੰਦੀ ਤੇ ਮਹੀਨਿਆਂ ਬੱਧੀ ਉਸ ਦਾ ਭੋਗ ਪਾਇਆ ਜਾਂਦਾ। 80ਵਿਆਂ ਦੇ ਦਰਮਿਆਨ ਪੰਜਾਬ ਦੇ ਅੰਬਰਾਂ ਤੇ ਘਣਘੋਰ ਘਟਾਵਾਂ ਆ ਚੜੀਆਂ। ਰੰਗਲਾ ਪੰਜਾਬ ਗਰਦਗ੍ਰਸਤ ਹੋ ਗਿਆ। तमाम रिश्ते नाते तार तार हो गए।
ਇਨਸਾਨੀਅਤ ਦੇ ਸਮੁੱਚੇ ਸਿਧਾਂਤਕ ਸਰੋਕਾਰ ਇਸ ਅੰਧਘੋਰ ਤੇ ਆਦਮਖਾਨੀ ਹਨੇਰੀ ਨੇ ਆਪਣੇ ਆਗੋਸ਼ 'ਚ ਲੈ ਲਏ। ਪਰ ਧਰਮ ਸਿਉਂ ਦੀ ਸਮਦ੍ਰਿਸ਼ਟ ਸੇਵਾ ਤੇ ਸਿਮਰਨ ਦੀ ਜੋਤ ਜਗਦੀ ਰਹੀ। ਉਹ ਗਰੀਬ ਗੁਰਬੇ ਦਾ ਸਹਾਰਾ ਬਣ ਤੁਰਦਾ ਰਿਹਾ। ਉਸ ਦਾ ਵੱਡਾ ਪੁੱਤ ਅਮਰੀਕ 17 ਤੇ ਗੁਰਚੇਤ 15 ਵਰ੍ਹਿਆਂ ਦੇ ਹੋ ਚੁੱਕੇ ਸਨ। ਬਰੂਦਾਂ ਦੀ ਰੁੱਤ ਤੋਂ ਬੇਖਬਰ ਉਹ ਵੀ ਆਪਣੇ ਬਾਪੂ ਦੇ ਸਿਧਾਂਤ ਨੂੰ ਸਮਰਪਿਤ ਸਨ। ਹਾਲਾਤਾਂ ਨੇ ਪਿੰਡੋਂ ਬਾਰ-ਬਾਰ ਪੁਲਿਸ ਚੌਂਕੀ ਸਥਾਪਿਤ ਕਰਵਾ ਦਿੱਤੀ ਸੀ। ਸਖਤ ਡਿਊਟੀ ਤੋਂ ਬਾਅਦ ਦੇਰ ਸਵੇਰ ਪਰਤਦੇ ਬਹੁਤੇ ਮੁਲਾਜ਼ਮ ਪ੍ਰਸ਼ਾਦਾ ਧਰਮ ਸਿੰਘ ਕੋਲ ਆ ਕੇ ਛਕਦੇ ਤੇ ਕਦੇ-ਕਦਾਈ ਤਾਰਿਆਂ ਦੀ ਛਾਵੇਂ ਉਹ ਸੂਰਤਾਂ ਵੀ ਲੰਗਰ ਛਕਣ ਆਉਂਦੀਆਂ ਜੋ ਕੰਬਲੀਆਂ ਜਾਂ ਮਡਾਸਿਆਂ ਨਾਲ ਢਕੀਆਂ ਹੁੰਦੀਆਂ। ਮਸ਼ਾਲ ਵਾਂਗੂ ਮੱਚਦੀਆਂ ਅੱਖਾਂ ਦਾ ਭੈ ਹਰ ਰੂਹ ਤੇ ਖੌਫਜ਼ਦਾ ਲਕੀਰਾਂ ਵਾਹੁੰਦਾ, ਲੇਕਿਨ ਬਾਬਾ ਧਰਮ ਦੀ ਬੇਖੌਫ, ਨਿਰਭਉ ਅਤੇ ਨਿਰਵੈਰ ਸੇਵਾ ਦਾ ਪਾਬੰਦ ਸੀ। ਉਹ ਨਹੀਂ ਸੀ ਜਾਣਦਾ ਜੋ ਇਹਨਾਂ ਦੋਵਾਂ ਹਥਿਆਰਬੰਦ ਧਿਰਾਂ ਵਿਚਕਾਰ ਚੱਲ ਰਿਹਾ ਸੀ। ਉਹਨਾਂ ਦਾ ਮਕਸਦ ਬਾਬੇ ਦੇ ਘਰੋਂ ਬਾਹਰ ਯਕੀਨੀ ਹੀ ਇੱਕ ਦੂਜੇ ਦੇ ਲਹੂ ਦਾ ਤ੍ਰਿਹਾਇਆ ਹੋਵੇਗਾ, ਪਰ ਇਸ ਘਰ 'ਚ ਆਉਣ ਦਾ ਮਕਸਦ ਲੰਗਰ ਛਕਣ ਤੋਂ ਅਗਾਂਹ ਕੁਝ ਵੀ ਨਹੀਂ ਸੀ। ਬਾਬਾ ਇਹਨਾਂ ਦੀ ਨਿਰੰਤਰ ਆਦਮ ਕਾਰਨ ਸ਼ਨਾਖਤ ਕਰਨ ਲੱਗ ਪਿਆ ਸੀ ਤੇ ਕਈਆਂ ਦੇ ਨਾਂ ਵੀ ਜਾਣਨ ਲੱਗ ਪਿਆ ਸੀ, ਪਰ ਇਸ ਤੋਂ ਅੱਗੇ ਉਸ ਦਾ ਕੋਈ ਲੈਣ ਦੇਣ ਨਹੀਂ ਸੀ। ਉਹ ਉਦੋਂ ਧੁਰ ਅੰਦਰੋਂ ਵਲੂੰਦਰਿਆ ਜਾਂਦਾ ਜਦੋਂ ਨਿੱਤ ਪ੍ਰਤੀ ਮਨੁੱਖਤਾ ਦੇ ਕਤਲੋ ਗਾਰਤ ਦੀਆਂ ਖਬਰਾਂ ਸੁਣਦਾ, ਜਦੋਂ ਬੇਕਸੂਰ ਜਿੰਦਾਂ ਨੂੰ ਸਰਕਾਰੀ ਜਾਂ ਗੈਰ ਸਰਕਾਰੀ ਬਰੂਦ ਨਾਲ ਨਿਰਜਿੰਦ ਲੋਥਾਂ ਬਣੀਆਂ ਤੱਕਦਾ। ਵਰਦੀ ਜਾਂ ਬਾਣੀ ਹੇਠ ਛੁਪੇ ਕਾਤਲ ਕਿਰਦਾਰਾਂ ਦਾ ਭੈ ਤਾਂ ਉਸਨੇ ਕਦੇ ਮੰਨਿਆ ਹੀ ਨਹੀਂ ਸੀ, ਪਰ ਉਹ ਤਰਕਵਾਦੀ ਨਸੀਹਤ ਦੋਵਾਂ ਧਿਰਾਂ ਨੂੰ ਸਾਂਝੀ ਦਿੰਦਾ। ਜ਼ਿੰਦਗੀ ਵਡਮੁੱਲੀ ਹੈ ਪਿਆਰਿਓ, ਨਫ਼ਰਤਾਂ ਕਿਸੇ ਮਸਲੇ ਦਾ ਹੱਲ ਨਹੀਂ। ਇਨ੍ਹਾਂ ਦੁਖਾਂਤਕ ਦਿਨਾਂ ਦੀ ਇੱਕ ਤਾਜ਼ਾ ਘਟਨਾ ਉਸ ਨੂੰ ਕਦੇ ਨਾ ਭੁੱਲਦੀ। ਜਦੋਂ ਉਹ ਸੂਏ ਦੀ ਪਟੜੀ ਸਾਈਕਲ ਤੇ ਦੂਰ ਕਿਤਿਓਂ ਪਿੰਡ ਵੱਲ ਨੂੰ ਆ ਰਿਹਾ ਸੀ ਤਾਂ ਸਿੱਖੀ ਸਰੂਪ ਵਾਲੇ ਦੋ ਨੌਜਵਾਨ ਕਰੀਬ 16 ਕੁ ਵਰ੍ਹਿਆਂ ਦੇ ਮੋਨੇ ਮੁੰਡੇ ਦੇ ਸੀਨੇ ਗੋਲੀ ਦਾਗਣ ਲਈ ਸਿਸਤ ਬੰਨ੍ਹ ਰਹੇ ਸਨ। ਇੱਕ ਰੁੱਖ ਨਾਲ ਪਿੱਠ ਜੋੜੀ ਖੜੇ ਉਸ ਮੁੰਡੇ ਦੀਆਂ ਸਹਾਰਾ ਮੰਗਦੀਆਂ ਡਰੇ ਕਬੂਤਰ ਵਰਗੀਆਂ ਨਜ਼ਰਾਂ ਜਿਉਂ ਹੀ ਬਾਬੇ ਤੇ ਪਈਆਂ, ਉਸਨੇ ਸਮੇਂ ਦੀ ਸਲੀਬ ਤੇ ਟੰਗਿਆ ਅਣਬੋਲ ਤੇ ਮਜਬੂਰ ਸੱਚ ਝਟਪਟ ਪੜ੍ਹ ਲਿਆ। ਉਹ ਸਾਈਕਲ ਸਟੈਂਡ ਤੇ ਲਾ ਕੇ ਲੰਮੇ ਕਦਮੀ ਉਸ ਨੌਜਵਾਨ ਵੱਲ ਵਧਿਆ ਤੇ ਤਾਣੀ ਅਸਾਲਟ ਦੀ ਨਾਲੀ ਨੂੰ ਮੁੰਡੇ ਦੀ ਛਾਤੀ ਤੋਂ ਹਟਾਉਂਦਾ ਬੋਲਿਆ, ਕਿਉਂ ਬਈ ਜਵਾਨਾ, ਇਹ ਕਿਸ ਕਸੂਰ ਦੀ ਸਜ਼ਾ ਦੇ ਰਹੇ ਹੋ ਇਹਨੂੰ? ਉਹ ਅਜਨਬੀ ਧਰਮ ਸਿਉਂ ਵੱਲ ਵੇਖ ਕੇ ਝੱਟ ਨਿਮੋਜਣਾ ਜਿਹਾ ਹੋ ਗਿਆ। ਉਸਨੇ ਸਨਸਨੀ ਭਰੇ ਹੱਥਾਂ ਨਾਲ ਜਿਉਂ ਹੀ ਮੂੰਹ ਤੇ ਬੰਨਿਆ ਮੰਡਾਸਾ ਲਾਇਆ ਤਾਂ ਧਰਮ ਸਿਉਂ ਦੀਆਂ ਨਜ਼ਰਾਂ ਨੇ ਫੱਟ ਸ਼ਨਾਖਤ ਕਰ ਲਈ ਕਿ ਇਹ ਤਾਂ ਸਰਕਾਰ ਦਾ ਬਾਗੀ ਸੱਤਾ ਹੈ, ਜੋ ਕਈ ਵਾਰ ਉਸ ਕੋਲ ਰੋਟੀ ਖਾ ਕੇ ਗਿਆ ਹੈ। ਉਸ ਦੀਆਂ ਕਹਿਰਵਾਨ ਅੱਖਾਂ ਸ਼ਰਮਸਾਰ ਹੋ ਕੇ ਬਾਬੇ ਅੱਗੇ ਝੁਕ ਗਈਆਂ। ਬਾਬੇ ਨੇ ਸਵਾਲ ਕੀਤਾ, ਕਿਉਂ ਮਾਰਨ ਲੱਗਾ ਸੀ ਤੂੰ ਇਹਨੂੰ? ਤੂੰ ਕੀ ਜਾਣੇ ਬਾਬਾ, ਇਹ ਉਸ ਥਾਣੇਦਾਰ ਦਾ ਪੁੱਤਰ ਹੈ ਜੋ ਦਰਜਨਾਂ ਭਰ ਮਾਵਾਂ ਦੇ ਬੇਕਸੂਰ ਪੁੱਤ ਖਾ ਚੁੱਕਿਆ ਹੈ। ਮੇਰੇ ਭਰਾ ਨੂੰ ਵੀ ਉਹਨੇ ਹੀ ਮਾਰਿਆ ਤੇ ਮੇਰੇ ਤੇ ਘੋਰ ਤਸ਼ੱਦਦ ਵੀ ਇਹਦੇ ਪਿਓ ਨੇ ਢਾਇਆ। ਅਸੀਂ ਅੱਜ ਤਪਦਾ ਸੀਨਾ ਠਾਰਨ ਲਈ ਮਸਾਂ ਹੀ ਇਹਨੂੰ ਕਾਲਜੋਂ ਅਗਵਾ ਕਰਕੇ ਲਿਆਏ ਆ ਤੇ ਤੈਨੂੰ ਵਾਸਤਾ ਹੀ ਤੂੰ ਸਾਡੇ ਰਾਹ 'ਚ ਨਾ ਆ। ਮੰਨ ਲੈਣਾ ਆ, ਪਰ ਇਹ ਕਿਹਾ ਸਿਧਾਂਤ ਹੈ, ਭਾਂਬੜ ਕੋਈ ਬਾਲੇ ਤੇ ਲਹੂ ਕਿਸੇ ਦਾ ਡੁੱਲੇ। ਇਹਨੂੰ ਛੱਡ ਦਿਓ, ਇਹ ਤਾਂ ਵਿਚਾਰਾ ਬੇਕਸੂਰ ਹੈ। ਬਾਬੇ ਨੇ ਜਵਾਬ ਦਿੱਤਾ, ਕਸੂਰ ਤਾਂ ਉਹਨਾਂ ਦਾ ਵੀ ਕੋਈ ਨਹੀਂ ਸੀ ਜੋ ਇਹਦੇ ਪਿਓ ਨੇ ਮਾਰਿਆ, ਤਾਂ ਕੀ ਇਹਦਾ ਕਤਲ ਉਹਨਾਂ ਨੂੰ ਮੋੜ ਲਿਆਏਗਾ? ਇਹ ਨਿਹੱਥਾ ਏ ਤੇ ਮਾਸੂਮ ਵੀ। ਨਿਹੱਥੇ ਤੇ ਮਾਸੂਮ ਦੋਵਾਂ ਨੂੰ ਮਾਰਨਾ ਗੁਰੂ ਦੇ ਸਿਧਾਂਤ ਤੋਂ ਉਲਟ ਹੈ। ਸਿਧਾਂਤ ਸਲਾਮਤੀ ਲਈ ਪੁੱਤਾਂ ਦੇ ਕਾਤਲ ਔਰੰਗਜ਼ੇਬ ਦੇ ਪੁੱਤ ਬਹਾਦਰ ਸ਼ਾਹ ਨੂੰ ਗੁਰੂ ਨੇ ਸੀਨੇ ਨਾਲ ਲਾ ਲਿਆ ਸੀ। ਤੁਸੀਂ ਇਸ ਤੇ ਇੰਨਾ ਕੁ ਵੀ ਤਰਸ ਨਹੀਂ ਕਰ ਸਕਦੇ? ਤੇਰੀ ਵਿਚਾਰਧਾਰਾ ਦੇ ਤੁਰੋਂ ਕਾਇਲਾਂ ਤੇ ਤੇਰੇ ਸਤਕਾਰ 'ਚ ਤਾਂ ਰੂਹ ਤੱਕ ਭੇਜੇ ਆ, ਪਰ ਇਸ ਨੂੰ ਕਤਲ ਕਰਨਾ ਸਾਡੀ ਮਜਬੂਰੀ ਹੈ। ਸੱਤਾ ਕਚੀਚੀਆਂ ਵੱਟ ਰਿਹਾ ਸੀ। ਮੈਂ ਆਖਰੀ ਸਾਹਾਂ ਤੱਕ ਇਹ ਨਹੀਂ ਹੋਣ ਦੇਵਾਂਗਾ, ਇਹਨੂੰ ਬਚਾਉਣਾ ਮੇਰੀ ਮਜਬੂਰੀ ਹੈ। ਧਰਮ ਸਿਉਂ ਆਡਾ ਲਾ ਖਲੋ ਗਿਆ। ਸੱਥਾ ਹੱਥ ਆਇਆ ਸ਼ਿਕਾਰ ਛੱਡਣਾ ਨਹੀਂ ਸੀ ਚਾਹੁੰਦਾ, ਪਰ ਧਰਮ ਸਿਉਂ ਦੇ ਹੱਠ ਨੂੰ ਲਿਤਾੜ ਕੇ ਨਹੀਂ। ਲੰਮੀ ਦਲੀਲਬਾਜ਼ੀ ਜਦੋਂ ਧਰਮ ਸਿੰਘ ਨੂੰ ਟਸ ਤੋਂ ਮੱਸ ਨਾ ਕਰ ਸਕੀ ਤਾਂ ਸੱਤਾ ਉਸਦੇ ਪੈਰਾਂ ਤੱਕ ਝੁਕਿਆ। ਬਾਬਾ, ਸ਼ੇਰਾਂ ਨੂੰ ਘਾਹ ਨਾ ਖਵਾ, ਤੂੰ ਸਾਡੀ ਅੱਜ ਮੰਨ ਲੈ।
ਅਸੀਂ ਤੇਰੀ ਉਮਰ ਭਰ ਮੰਨਾਂਗੇ। ਉਸ ਦੀ ਸੁਣਾਈ ਆਖਰੀ ਗੱਲ ਨੇ ਧਰਮ ਸਿਉ ਨੂੰ ਗਹਿਰ ਗੰਭੀਰ ਸੋਚਾਂ 'ਚ ਪਾ ਦਿੱਤਾ। ਉਸ ਦੀ ਹਰ ਸਵੈ ਅਤੇ ਸਿਧਾਂਤਕ ਦਲੀਲ ਸੱਤੇ ਦੇ ਜਨੂੰਨ ਅੱਗੇ ਪਿਘਲ ਰਹੀ ਸੀ ਤੇ ਲੰਮੀ ਚੁੱਪ ਤੋੜਦਿਆਂ ਬਾਬਾ ਬੋਲਿਆ, ਕੋਈ ਭੋਰਾ ਕੁ ਗੁੰਜਾਇਸ਼ ਹੈ ਤੁਹਾਡੇ ਜ਼ਿਹਨ 'ਚ ਇਹਨੂੰ ਬਖਸ਼ਣ ਦੀ? ਸੱਤੇ ਨੇ ਨਾਂ 'ਚ ਸਿਰ ਹਿਲਾਇਆ। ਤਾਂ ਫਿਰ ਵਾਅਦਾ ਕਰੋ, ਮੇਰੀ ਗੱਲ ਮੰਨੋਗੇ? ਕਾਤਲ ਦੇ ਪੁੱਤ ਨੂੰ ਸੁੱਕਾ ਛੱਡਣ ਬਿਨਾਂ ਤੂੰ ਜਿੰਦ ਵੀ ਮੰਗੇ ਤੇਰੇ ਲਈ ਹਾਜ਼ਰ ਹੈ। ਫਿਰ ਇਦੋਂ ਪਹਿਲਾਂ ਗੋਲੀ ਮੇਰੇ ਮਾਰੋ। ਅਸਾਲਟ ਦੀ ਨਾਲੀ ਆਪਣੇ ਸੀਨੇ ਵੱਲ ਮੋੜ ਕੇ ਧਰਮ ਸਿਉ ਬੋਲਿਆ, ਲੈ ਸੱਤਾ ਸਿਆਂ, ਚਲਾ ਗੋਲੀ। ਸੱਤਾ ਬੁਰਾ ਫਸ ਚੁੱਕਾ ਸੀ। ਉਹ ਜਾਣ ਚੁੱਕਾ ਸੀ ਕਿ ਸਿਰੜ ਦਾ ਵਹਿਣ ਮੋੜਨਾ ਉਹਦੇ ਵੱਸ ਨਹੀਂ। ਅੰਤ ਧਰਮ ਸਿਉ ਦਾ ਧਰਮ ਬਦਲਾ ਲਊ ਨੀਤੀ ਤੇ ਭਾਰੂ ਪੈ ਗਿਆ। ਅੱਜ ਵੀ ਇਹ ਵਾਰਦਾਤ ਬਾਬੇ ਦੇ ਜ਼ਿਹਨ 'ਚ ਘੁੰਮ ਰਹੀ ਸੀ। ਉਹ ਖੇਤਾਂ ਦੇ ਬੰਨੇ ਬੰਨੇ ਗੇੜਾ ਘੱਤ ਜਿਉਂ ਹੀ ਘਰ ਵੱਲ ਮੁੜਨ ਲੱਗਾ ਤਾਂ ਪੁਲਿਸ ਦੀ ਗੱਡੀ ਉਸ ਦੇ ਅੱਗੇ ਆ ਰੁਕੀ। ਇਹਨਾਂ 'ਚੋਂ ਇੱਕ ਵੀ ਪੁਲਿਸੀਆ ਉਹਨਾਂ 'ਚੋਂ ਨਹੀਂ ਸੀ ਜੋ ਉਸ ਦੇ ਘਰ ਆ ਕੇ ਲੰਗਰ ਛਕਦੇ ਸਨ। ਬਾਬਾ, ਵੱਡੇ ਸਾਹਿਬ ਦਾ ਹੁਕਮ ਹੈ, ਤੈਨੂੰ ਥਾਣੇ ਲਿਜਾਣ ਆਏ ਆ, ਇੱਕ ASI ਨੇ ਤਾਇਦ ਕੀਤੀ। ਚਲੋ ਗੁਰਮੁਖੋ, ਕਹਿ ਕੇ ਬਾਬਾ ਗੱਡੀ ਵਿੱਚ ਬੈਠ ਗਿਆ। ਜਿਸ ਥਾਣੇ ਅੰਦਰ ਖੁੰਖਾਰ ਮੁਜਰਮ ਦੀ ਤਰ੍ਹਾਂ ਵੱਡਾ ਗੇਟ ਲੰਘ ਕੇ ਪੁਲਿਸ ਧਰਮ ਸਿਉ ਨੂੰ ਅੰਦਰ ਲੈ ਕੇ ਗਈ, ਉਹ ਆਪਣੇ ਇਲਾਕੇ ਦਾ ਨਹੀਂ ਸੀ। ਖੁੱਲੇ ਵਿਹੜੇ 'ਚ ਡਾਰਾਂ ਬੰਨੀ ਫਿਰਦੇ ਪੁਲਸੀਆਂ 'ਚੋਂ ਇੱਕ ਵੀ ਵਾਕਫ ਨਾ ਮਿਲਿਆ। ਸਾਹਮਣੇ ਖੜੀ ਜਿਪਸੀ ਦੇ ਬੌਂਟ ਤੇ ਲੱਤ ਧਰ ਖਲੋਤਾ ਖਾਕੀ ਵਰਦੀ ਵਾਲਾ ਅਫਸਰ ਆਪਣੇ ਧਿਆਨ 'ਚ ਸਿਗਰਟ ਪੀ ਰਿਹਾ ਸੀ। ਦੋ ਜਵਾਨ ਦੋਹਾਂ ਬਾਹਾਂ ਤੋਂ ਫੜ ਕੇ ਧਰਮ ਸਿਉ ਨੂੰ ਜਦੋਂ ਉਸ ਦੇ ਕੋਲ ਲੈ ਕੇ ਗਏ ਤਾਂ ਉਹ ਸਿਰੋਂ ਪੈਰਾਂ ਤੱਕ ਉਸ ਦਾ ਜੁੱਸਾ ਨਜ਼ਰਾਂ ਦੇ ਅੰਦਾਜ਼ੇ ਨਿਰਖਦਾ ਰਿਹਾ ਤੇ ਫਿਰ ਬੋਲਿਆ, ਤੂੰ ਸੁਣਿਆ ਖਤਰਨਾਕ ਅੱਤਵਾਦੀ ਸਤਨਾਮ ਸਿੰਘ ਸੱਤੇ ਨੂੰ ਜਾਣਦਾ ਹੈ? ਹਾਂਜੀ ਰੱਬ ਦੇ ਪਿਆਰਿਓ, ਜਾਣਦਾ ਤਾਂ ਜ਼ਰੂਰ ਆ। ਤੈਨੂੰ ਪਤਾ ਹੈ ਕਿ ਉਹ ਖਤਰਨਾਕ ਅੱਤਵਾਦੀ ਹੈ ਤੇ ਕਈ ਵਾਰਦਾਤਾਂ 'ਚ ਪੁਲਿਸ ਨੂੰ ਲੁੜੇਂਦਾ ਹੈ? ਨਹੀਂ, ਅਜਿਹਾ ਤਾਂ ਕੋਈ ਇਲਮ ਨਹੀਂ। ਤੂੰ ਉਹਦੇ ਮਾਮਲੇ 'ਚ ਪੁਲਿਸ ਦੀ ਕੋਈ ਐਸੀ ਸਹਾਇਤਾ ਤਾਂ ਕਰ ਸਕਦਾ ਹੈ ਜੋ ਪੀੜਤਾਂ ਨੂੰ ਨਿਆਂ ਤੇ ਸਾਨੂੰ ਸਫਲਤਾ ਤੇ ਤਰੱਕੀ ਦਿਵਾ ਸਕੇ। ਉਂਝ ਤਾਂ ਇਨਸਾਨੀਅਤ ਦੇ ਨਾਤੇ ਬਿਨਾਂ ਉਹਦੇ ਨਾਲ ਮੇਰਾ ਕੋਈ ਗਹਿਰਾ ਸੰਬੰਧ ਨਹੀਂ। ਇਨਸਾਨੀਅਤ ਨਾਤੇ ਹੀ ਮੈਂ ਉਹਨੂੰ ਹਿੰਸਕ ਰਾਹ ਤਿਆਗਣ ਲਈ ਵੀ ਕਹਿ ਸਕਦਾ ਹਾਂ। ਅਕਾਲ ਪੁਰਖ ਦਾ ਵਾਸਤਾ ਦੇ ਕੇ ਬੇਕਸੂਰ ਲੋਕਾਂ ਦੇ ਹੱਕ 'ਚ ਮੈਂ ਡਟ ਕੇ ਬੋਲਾਂਗਾ। ਗੁਰੂ ਭਲੀ ਕਰੇ, ਉਹ ਆਪਣੇ ਬਿਖੜੇ ਰਾਹੋਂ ਜ਼ਰੂਰ ਪਾਸਾ ਵੱਟੇਗਾ। ਬਾਬੇ ਨੇ ਕਿਹਾ, ਜਿਹੜੀ ਸਹਾਇਤਾ ਲਈ ਤੈਨੂੰ ਇੱਥੇ ਸੱਦਿਆ ਉਹ ਇਹ ਨਹੀਂ। ਨੌਰੀਆ ਸਿਗਰਟ ਦਾ ਸੂਟਾ ਖਿੱਚ ਕੇ ਬੋਲਿਆ, ਫਿਰ ਇਹ ਗਰੀਬ ਬੰਦਾ ਕੀ ਕਰ ਸਕਦਾ ਉਹ ਵੀ ਦੱਸ ਦਿਓ। ਉਹ ਰਾਤਾਂ ਦੇ ਹਨੇਰੇ 'ਚ ਢਿੱਡ ਦੀ ਭੁੱਖ ਮਿਟਾਉਣ ਤੇਰੇ ਕੋਲ ਆਉਂਦਾ ਹੈ। ਤੂੰ ਉਹਦੀ ਮੁਖਬਰੀ ਕਰਕੇ ਉਹਨੂੰ ਫੜਾ ਕੇ ਗੌਰਮੈਂਟ ਤੋਂ ਸਨਮਾਨ ਖੱਟ। ਇਲਾਕੇ 'ਚ ਅਮਨ ਆਊਗਾ ਤੇ ਸਾਡੇ ਤਰੱਕੀ ਦੇ ਰਾਹ ਖੁੱਲਣਗੇ। ਹੈ ਨਾ 16 ਆਨੇ ਖਰੀ? ਉਸਨੇ ਆਪਣੀ ਉਸ ਲੱਤ ਦੇ ਗੋਡੇ ਤੇ ਹੱਥ ਮਾਰਿਆ ਜਿਹੜੀ ਜਿਪਸੀ ਦੇ ਪੌਂਟ ਤੇ ਧਰੀ ਹੋਈ ਸੀ। ਇਲਾਕੇ 'ਚ ਅਮਨ ਆਉਣਾ ਚਾਹੀਦਾ ਹੈ, ਪਰ ਸਿਧਾਂਤ ਦੇ ਖਿਲਾਫ ਸਮਝੌਤਾ ਕਰਕੇ ਨਹੀਂ। ਨਿਸ਼ਕਾਮ ਸੇਵਾ 'ਚੋਂ ਨਿੱਜੀ ਸਵਾਰਥ ਤੱਕਣਾ ਬੱਜਰ ਗੁਨਾਹ ਹੈ। ਪਰ ਕਾ ਬੁਰਾ ਨਾ ਰਾਖੋ ਚੀਤ। ਕੋਈ ਕਿੱਡਾ ਵੱਡਾ ਗੁਨਾਹਗਾਰ ਕਿਉਂ ਨਾ ਹੋਵੇ, ਉਹਨੂੰ ਸਜ਼ਾ ਦੇਣ ਦਾ ਹੱਕ ਸਿਰਫ ਪਰਮਾਤਮਾ ਕੋਲ ਹੈ। ਇਹ ਸਾਡਾ ਹੱਕ ਨਹੀਂ। ਮੈਨੂੰ ਪਰਮਾਤਮਾ ਨੇ ਮਨੁੱਖੀ ਜੀਵਨ ਦਿੱਤਾ ਹੈ। ਇਦੋਂ ਵੱਡਾ ਮੇਰੇ ਲਈ ਸਨਮਾਨ ਕੋਈ ਨਹੀਂ। ਜ਼ਮੀਰ ਦੇ ਖਿਲਾਫ ਫੈਸਲਾ ਕੋਈ ਨਹੀਂ। ਸੋ ਗੁਸਤਾਖੀ ਮਾਫ। ਸ਼ਾਇਦ ਫਿਰ ਇੰਸਪੈਕਟਰ ਨੌਰੀਆ ਨੰਦ ਨੂੰ ਜਾਣਦਾ ਨਹੀਂ ਧਰਮ ਸਿਆਂ ਜੀ, ਜਾਣਨ ਦੀ ਲੋੜ ਹੀ ਨਹੀਂ ਪਈ ਕਦੇ। ਤਾਂ ਫਿਰ ਹੁਣ ਜਾਣ ਜਾਏਗਾ ਤੂੰ। ਮੈਂ ਤਾਂ ਗੂੰਗੇ ਬੋਲਣ ਲਾਤੇ, ਤੇਰੇ ਵਰਗੇ ਕਈ ਜਿਉਂਦੇ ਜੀ ਖਪਾਤੇ। ਅਫਸਰ ਨੇ ਅਸਲੀ ਕਿਰਦਾਰ ਦੀ ਝਲਕ ਦਿਖਾਈ। ਸ਼ਾਇਦ ਇਹ ਤਾਂ ਪਹਿਲਾਂ ਜ਼ਰੂਰ ਸੁਣਿਆ ਸੀ, ਬਾਬੇ ਨੇ ਅਡੋਲ ਜਵਾਬ ਦਿੱਤਾ। ਫੇਰ ਸੋਚ ਲੈ, ਜਦੋਂ ਰੱਖੀ ਨਾ ਪੁੜਪੜੀ ਤੇ ਨਾਗਣੀ, ਤੇਰੇ ਤਾਂ ਫਰਿਸ਼ਤੇ ਵੀ ਮੰਨਣਗੇ। ਲੱਗਦਾ ਤੁਹਾਨੂੰ ਭੁਲੇਖਾ ਲੱਗਿਆ ਨੌਰੀਆ ਨੰਦ। ਅੱਜ ਸਿਦਕ ਨੂੰ ਬਰੂਦ ਕੋਈ ਨਵਾਂ ਥੋੜੋ ਪਰਖਣ ਲੱਗਿਆ। ਤੂੰ ਮੇਰੇ 1000 ਵੇਰ ਗੋਲੀ ਮਾਰ, ਮੈਂ ਇਹ ਪਾਪ ਨਹੀਂ ਕਮਾਵਾਂਗਾ। ਇੱਥੇ ਹੀ ਨਹੀਂ, ਜੇ ਇੱਦਾਂ ਹੀ ਮੈਨੂੰ ਮਾਰਨ ਦੀ ਧਮਕੀ ਸੱਤਾ ਦੇਵੇ ਤਾਂ ਕਹੇ ਕਿ ਨੌਰੀਆ ਨੰਦ ਨਾਲ ਧਰੋਕਮਾ, ਮੈਂ ਤਾਂ ਵੀ ਸਿਦਕ ਨੂੰ ਪਿੱਠ ਨਹੀਂ ਦਿਖਾਵਾਂਗਾ।
ਮਰਨੀ ਤਾਂ ਮਰ ਜਾਵਾਂਗਾ। ਸੋ ਵਾਸਤਾ ਹੀ ਮੈਨੂੰ ਇਨਸਾਨੀਅਤ ਦਾ ਖਿਦਮਤਗਾਰ ਹੀ ਰਹਿਣ ਦਿਓ, ਗਦਾਰ ਨਾ ਬਣਾਓ। ਧਰਮ ਸਿਉ ਨੇ ਅਤ ਨਿਮਾਣਾ ਹੋ ਕੇ ਦੋਵੇਂ ਹੱਥ ਜੋੜ ਕੇ ਨੌਰੀਆ ਨੰਦ ਨੂੰ ਗੁਜ਼ਾਰਿਸ਼ ਕੀਤੀ, ਪਰ ਉਸ ਦਾ ਗੁੱਸਾ 7ਵੇਂ ਅਸਮਾਨ ਨੂੰ ਚੁੰਮ ਰਿਹਾ ਸੀ। ਉਹ ਚੀਕ ਚੀਕ ਕੇ ਕਹਿ ਰਿਹਾ ਸੀ, ਅਗਰ ਤੂੰ ਮੈਨੂੰ ਖੁੰਖਾਰ ਅੱਤਵਾਦੀ ਨਹੀਂ ਫੜਾਇਆ ਤਾਂ ਮੈਂ ਤੇਰਾ ਜਮੂਰਾਂ ਨਾਲ ਮਾਸ ਤੋੜ ਤੋੜ ਕੇ ਕੁੱਤਿਆਂ ਦਾ ਖਾਜਾ ਬਣਾ ਦਿਆਂਗਾ। ਤੇ ਧਰਮ ਸਿਉ ਕਹਿ ਰਿਹਾ ਸੀ, ਮੱਥੇ ਕਾਲਖ ਮਲ ਕੇ ਜਿਉਣ ਨਾਲੋਂ ਕਿਤੇ ਬਿਹਤਰ ਹੈ ਜੇ ਰੱਬ ਮੈਨੂੰ ਕੁੱਤਿਆਂ ਦਾ ਖਾਜਾ ਬਣਾ ਦੇ। ਮੈਨੂੰ ਤੇਰੇ ਨਾਲ ਮਲਾਲ ਕੋਈ ਨਹੀਂ, ਪਰ ਜ਼ਮੀਰ ਦੇ ਖਿਲਾਫ ਸਮਝੌਤਾ ਵੀ ਕੋਈ ਨਹੀਂ। ਇਹੋ ਤਕਰਾਰ ਚੱਲਦਾ ਚੱਲਦਾ ਕਈ ਦਿਨਾਂ ਤੇ ਰਾਤਾਂ ਨੂੰ ਪਾਰ ਕਰ ਗਿਆ। ਤਸ਼ੱਦਦ ਦਾ ਕੋਈ ਤਰੀਕਾ ਪੁਲਿਸ ਨੇ ਧਰਮ ਸਿਉ ਤੇ ਅਜਮਾਣੋਂ ਨਾ ਛੱਡਿਆ, ਪਰ ਸਿਮਰਨ ਉਸ ਦਾ ਸਹਾਰਾ ਬਣਦਾ ਰਿਹਾ। ਉਹ ਡਾਢੇ ਦੀ ਰਜਾ 'ਚ ਵਿੰਗ ਕਸਾਈਆਂ ਦਾ ਸਹਿ ਕੇ ਵੀ ਯਾਰੜੇ ਦਾ ਸੱਥਰ ਹਟਾਉਂਦਾ ਰਿਹਾ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ। ਇਹ ਪਰਮਾਤਮਾ ਦੇ ਸਿਧਾਂਤ ਦਾ ਅਗੰਮੀ ਸੱਚ ਹੈ। ਇਸੇ ਨਾਮ ਸਹਾਰੇ ਬਾਬਾ ਧਰਮ ਸਿਉ ਵੱਡੀ ਮੁਸ਼ੱਕਤ ਘਾਲ ਗਿਆ। ਇੱਕ ਦਿਨ ਨੌਰੀਆ ਉਸ ਕੋਲ ਆਇਆ ਤੇ ਧੀਮੀ ਜਿਹੀ ਆਵਾਜ਼ ਵਿੱਚ ਬੋਲਿਆ, ਧਰਮ ਸਿਆ, ਭਲਾ ਕੀ ਤੂੰ ਆਪਣੇ ਪਿੰਡ ਦੇ ਸਾਰੇ ਲੋਕਾਂ ਨੂੰ ਜਾਣਦਾ ਹੈ? ਅੱਜ ਉਸ ਦੇ ਚਿਹਰੇ ਤੇ ਨਾ ਤਾਂ ਭੋਰਾ ਤਲਖੀ ਸੀ ਤੇ ਨਾ ਹੀ ਜ਼ੁਬਾਨ ਚਾਕੜ। ਮੇਰਾ ਪਿੰਡ, ਮੇਰੀ ਮਾਂ ਮਿੱਟੀ, ਸਭ ਅੰਮਾ ਜਾਏ ਤੇ ਸਭ ਨਾਲ ਲਹੂ ਦਾ ਨਾਤਾ ਹੈ ਮੇਰਾ। ਕੱਲ ਦੇਰ ਰਾਤ ਤੇਰੇ ਪਿੰਡ ਦੇ 2 ਅੱਤਵਾਦੀ ਰਜਬਾਹੇ ਕੋਲ ਹੋਏ ਲੰਮੇ ਪੁਲਿਸ ਮੁਕਾਬਲੇ 'ਚ ਮਾਰੇ ਗਏ। ਤੂੰ ਉਹਨਾਂ ਦੀਆਂ ਲਾਸ਼ਾਂ ਵੇਖ ਕੇ ਸ਼ਨਾਖਤ ਕਰ ਸਕਦਾ ਕਿ ਕੌਣ ਨੇ ਉਹ? ਨੌਰੀਆ ਅਨੋਖੇ ਜਿਹੇ ਅੰਦਾਜ਼ 'ਚ ਬੋਲਿਆ ਤਾਂ ਬਾਬੇ ਨੇ ਹਾਂ 'ਚ ਸਿਰ ਹਿਲਾਇਆ। ਉਸ ਦੇ ਦਿਲ 'ਚ ਤੌਖਲਾ ਜਿਹਾ ਪੈਦਾ ਹੋ ਰਿਹਾ ਸੀ ਕਿ ਸ਼ਾਇਦ ਸੱਤਾ ਹੀ ਪੁਲਿਸ ਮੁਕਾਬਲੇ 'ਚ ਨਾ ਮਾਰਿਆ ਗਿਆ ਹੋਵੇ। ਫਿਰ ਬਾਬੇ ਨੂੰ ਹਵਾਲਾਤ 'ਚੋਂ ਕੱਢ ਉਸ ਬੈਰਕ ਦੇ ਕੋਲ ਲੈ ਗਏ ਜਿੱਥੇ 2 ਮ੍ਰਿਤਕ ਲਾਸ਼ਾਂ 2 ਮੰਚਿਆਂ ਤੇ ਪਈਆਂ ਤੇ ਚਾਦਰਾਂ ਨਾਲ ਢਕੀਆਂ ਪਈਆਂ ਸਨ। ਜਵਾਨਾਂ ਚਾਦਰਾਂ ਚੁੱਕ ਕੇ ਧਰਮ ਸਿਉ ਨੂੰ ਵਿਖਾ ਕੇ ਅੱਤਵਾਦੀਆਂ ਦੇ ਚਿਹਰੇ। ਧਰਮ ਸਿਆ, ਤੂੰ ਅਗਾਂਹ ਹੋ ਕੇ ਸ਼ਨਾਖਤ ਕਰ ਇਹਨਾਂ ਅੱਤਵਾਦੀਆਂ ਦੀ। ਕੀ ਤੂੰ ਜਾਣਦਾ ਇਹਨਾਂ ਨੂੰ? ਨੌਰੀਆ ਗੰਭੀਰ ਅੰਦਾਜ਼ 'ਚ ਸੀ। ਜਦੋਂ ਕੋਲ ਖੜੇ ਹਵਾਲਾਤ ਨੇ ਦੋਵੇਂ ਨਿਰਜਿੰਦ ਸਰੀਰਾਂ ਤੋਂ ਚਾਦਰਾਂ ਹਟਾ ਕੇ ਚਿਹਰੇ ਨੰਗੇ ਕੀਤੇ ਤਾਂ ਧਰਮ ਸਿਉ ਦੰਗ ਰਹਿ ਗਿਆ। ਸ਼ਨਾਖਤ 'ਚ ਇੱਕ ਲਾਸ਼ ਅਮਰੀਕ ਦੀ ਸੀ ਤੇ ਦੂਜੀ ਗੁਰਚੇਤ ਦੀ। ਬਾਬੇ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਉੱਤੋਂ ਨੌਰੀਆ ਨੰਦ ਨੇ ਤਾਜ਼ੇ ਫੱਟ ਤੇ ਮੁੜ ਨਮਕ ਛਿੜਕਿਆ। ਕਿਉਂ ਬਈ ਧਰਮ ਸਿਆ, ਤੂੰ ਸਿਆਣਦਾ ਇਹਨਾਂ ਅੱਤਵਾਦੀਆਂ ਨੂੰ? ਸਿਆਣਦਾ ਤਾਂ ਜ਼ਰੂਰ ਹੈ, ਪਰ ਜੇ ਤੇਰੀ ਜ਼ਮੀਰ ਭੋਰਾ ਸਜਾਖੀ ਹੈ ਤਾਂ ਪਰਖ ਕੇ ਵੇਖ ਲੈ, ਮੇਰਾ ਲਹੂ ਕਦੇ ਅੱਤਵਾਦੀ ਨਹੀਂ ਹੋ ਸਕਦਾ। ਤੂੰ ਇਹਨਾਂ ਨੂੰ ਅੱਤਵਾਦੀ ਕਹਿ ਰਿਹਾ ਜਿੰਨਾ ਕਦੇ ਮੱਛਰ ਨਹੀਂ ਸੀ ਮਾਰਿਆ। ਬਾਕੀ ਸੱਚ ਅਕਾਲ ਪੁਰਖ ਵਾਹਿਗੁਰੂ ਖੁਦ ਜਾਣਦਾ ਹੈ। ਇਹ ਕਹਿ ਕੇ ਧਰਮ ਸਿਉ ਸੀਸ ਝੁਕਾ ਕੇ ਪਿੱਛੇ ਮੁੜ ਗਿਆ। ਇਹ ਕਿਵੇਂ ਤੇ ਕਿਉਂ ਹੋਇਆ ਉਹਨੇ ਨੌਰੀਆ ਨੰਦ ਨੂੰ ਪੁੱਛਣ ਦੀ ਲੋੜ ਨਾ ਸਮਝੀ। ਸ਼ਾਇਦ ਉਹ ਤਮਾਮ ਹਕੀਕਤਾਂ ਨੂੰ ਰੂਹੋਂ ਜਾਣਦਾ ਸੀ। ਉਸ ਦੇ ਚਿਹਰੇ ਤੇ ਨਾ ਤਾਂ ਕਿਸੇ ਪੀੜ ਦਾ ਪਰਛਾਵਾਂ ਸੀ ਤੇ ਨਾ ਹੀ ਅੱਖਾਂ 'ਚ ਸਿੱਲ। ਉਹ ਜਿੰਨਾ ਸਮਾਂ ਅੱਖਾਂ ਮੁੰਦ ਕੇ ਗੰਭੀਰ ਅਵਸਥਾ 'ਚ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਰਿਹਾ, ਓਨਾ ਸਮਾਂ ਕਿਸੇ ਸਿਪਾਹੀ ਦੀ ਹਿੰਮਤ ਉਹਨੂੰ ਮੁੜ ਹਵਾਲਾਤ 'ਚ ਲਿਜਾਣ ਦੀ ਨਹੀਂ ਪਈ। ਉਸ ਦਿਨ ਤੇ ਰਾਤ ਉਸਨੇ ਕੁਝ ਨਾ ਖਾਧਾ ਨਾ ਪੀਤਾ। ਉਸ ਨੂੰ ਕਰਤਾਰ ਦੀ ਭਾਵੀ ਦਾ ਰੂਹੋਂ ਸੱਲ ਨਹੀਂ ਸੀ, ਪਰ ਕਰਮ ਕੌਰ ਦੀਆਂ ਉਹ ਗੱਲਾਂ ਯਾਦ ਸਨ ਜੋ ਉਸਨੇ ਜ਼ਿੰਦਗੀ ਦੇ ਸਵਾਸ ਸਮੇਟਣ ਸਮੇਂ ਧਰਮ ਸਿਉ ਨੂੰ ਆਖੀਆਂ ਸਨ। ਇੱਕ ਪੱਖੋਂ ਬਾਬੇ ਦਾ ਮਨ ਪਛਤਾਵੇ 'ਚ ਝੂਰ ਰਿਹਾ ਸੀ ਕਿ ਉਹ ਪੁੱਤਾਂ ਪ੍ਰਤੀ ਕਰਮ ਕੌਰ ਨਾਲ ਕੀਤੇ ਵਾਅਦਿਆਂ ਪ੍ਰਤੀ ਵਫਾਦਾਰ ਨਹੀਂ ਹੋ ਸਕਿਆ, ਪਰ ਬੇਕਸੂਰ ਤੇ ਬੇਵਸੀ ਦਾ ਆਲਮ ਨਾਲੋਂ ਨਾਲ ਉਸ ਦੇ ਇਸ ਪਛਤਾਵੇ ਨੂੰ ਧੋ ਰਿਹਾ ਸੀ। ਉਸ ਨੂੰ ਪ੍ਰਤੱਖ ਇਲਮ ਸੀ ਕਿ ਨੌਰੀਆ ਨੰਦ ਨੇ ਮੈਨੂੰ ਅਸੂਲਾਂ ਤੋਂ ਥੜਕਾਉਣ ਬਦਲੇ ਮੇਰੇ ਨਿਰਦੋਸ਼ਾਂ ਪੁੱਤਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਹੈ। ਉਹ ਮੇਰੇ ਜਿਹੇ ਕਿੰਨਿਆਂ ਨੂੰ ਮਾਰ ਕੇ ਖਪਾਉਣ ਦਾ ਸੱਚ ਸਵੈ ਜਵਾਨੀ ਬੋਲਦਾ ਰਿਹਾ ਹੈ। ਉਸੇ ਸ਼ਾਮ ਜਦੋਂ ਕਿਸੇ ਕੰਮ ਲਈ ਬਾਹਰ ਕੱਢਿਆ ਤਾਂ ਇੱਕ ਨੌਜਵਾਨ ਅਚਨਚੇਤ ਉਸ ਵੱਲ ਵਧਿਆ ਤੇ ਹੈਰਾਨਗੀ ਭਰੀਆਂ ਨਜ਼ਰਾਂ ਮਾਰਦਾ ਬੋਲਿਆ, ਬਾਬਾ ਜੀ ਤੁਸੀਂ? ਉਸਨੇ ਬਾਬੇ ਦੇ ਪੈਰੀਂ ਹੱਥ ਲਾਇਆ। ਸਿਰ ਪਲੋਸਦਿਆਂ ਬਾਬੇ ਨੇ ਝੱਟ ਪਛਾਣ ਲਿਆ ਕਿ ਇਹ ਤਾਂ ਉਹੀ ਨੌਜਵਾਨ ਹੈ ਜਿਸ ਨੂੰ ਉਸ ਦਿਨ ਸੱਤੇ ਤੋਂ ਮਰਨੋਂ ਬਚਾਇਆ ਸੀ। ਬਸ ਪੁੱਤਰਾ,
बिना जुर्मां दी कैद कट रहा है, पर तू इत्थे? हाँ बाबा जी, मेरे फादर इंस्पैक्टर नौरी आनंद इत्थे ड्यूटी ते ने। उसने सामने खड़े नौरी आनंद वाल इशारा किया तां सत्ते दे बोल अचनचेती बाबे दे कन्नी गूंज पए। ये उसे थानेदार दा पुत्तर है जो दर्जना भर मावां दे बेकसूर पुੱਤ खा गया। बाबा वेख रहा सी कि अपने पुੱਤ दी हरकत तक के नौरिया हैरान हो रहा सी। वो एकदम अपने प्यो नूं मुखातिब हो के बोलिया, पापा किस कसूर बदले बाबा जी नूं इत्थे रखिया तुसीं? ये उही बाबा जी ने जिन्हां ने अपनी जान खतरे च पा के मैनू अतवादियों तो बचाया सी उस दिन। पुੱਤ दी गल सुन के नौरी आनंद दीआं अखां अड्डियां रह गईआं। शायद वो कोई वड्डा गुनाह कर चुकिया सी। बोलो पापा। उसदे पुत्तर ने मुड़ निहोरा मारिया, पर नौरिया पत्थर हो चुका सी। तेरी गल दा तेरे प्यो कोल कोई जवाब नहीं है पुत्रा। सच तां इह है, जदों कि इहदी अड़ब तसीर दी मेरी जमीर ने ना मन्नी तां इहदा गजब मेरे शरीर दा जख्म हो निबड़िया। भला दसो नौरी आनंद जी, इहो सच है ना? बाबे दी गल तो लाजवाब होया अफसर खामोश सी। तू मेरे 2 पुੱਤ मारते, मैं फिर भी बुलांदा। तेरा पुੱਤ तेरे सामने खलोता, तू फिर भी खामोश है। 2 पुੱਤਰ मारते? नौजवान का चेहरा लालसूआ हो गया। प्यो दियां करतूतां तां उसने पहलां ही सुनिया सन, पर जुल्म सितम दी ये ताज़ा तस्वीर उस लई असह ते अजीम सी। उसने 1000 ताने बाबे दे रोकण दे बावजूद भी अपने प्यो नूं दित्ते, पर धर्म सिओ नूं 7 दिन पहलां तक्किया कहरवान नौरिया किते भी नज़री ना पिया। सामने खाकी वर्दी च खड़ा बेजुबान खामोश पत्थर दा बुत सी। आखिर उस नौजवान ने बाबे नूं हवालात चों मुक्ति दिवाई। उसनूं बिना किसी मुकदमे या पुलिस रिमांड तो बेकसूर हवालात च रखिया गया सी। बाबे ने इच्छा प्रगटाई जे उसनूं पुੱਤਾਂ ਦੀਆਂ ਲਾਸ਼ਾਂ मिल जाण तां ਉਹ ਉਹਨਾਂ ਦਾ हत्थीं संस्कार कर सके, पर अज ही पुलिस ने लावारिस कह के ਉਹਨਾਂ ਦਾ अज संस्कार कर दिता सी। नौरी आनंद ਦਾ पुੱਤਰ रिंकू बाबे नाल होए इस अन्याय तो बेहद दुखी सी। उसकी आत्मा ते वड्डा बोझ सी। जिस इंसान ने अपनी जिंद खतरे च पा के उसनूं बचाया सी, उस इंसान दे 2 पुੱਤ उसके प्यो ने बेकसूर मार दिते। उसते बेतहाशा तशद्दद ढाया गया। वो बाबे नूं घर छड्डण आया तां बाबे दी जीवन गाथा सुन के दंग रह गया। इलाके भर दे लोग तां इहो समझ बैठे सन कि बाबा किते बाहर गया है, आ जावेगा, पर पिंड दे बहुते लोकां नूं पता भी सी ते हर कोई आपो अपने पद्धर ते पैरवाई कर रहा सी। पर लोकल पुलिस वालों प्रगटाई जानकारी जारी अणजाण तक किसी नूं अगाह पैर ही नहीं सी पुट्टण दे रही। बाबे नूं पता लग गया कि अमरीक ते गुरचेत नूं पिंड दे लोकां नूं इह कह के भूआ दे पिंड जाण लई कह दित्ता सी कि पुलिस उन्हां नूं फड़ भी सकदी है। वो घरों तां भागो दे पिंड गए सी, पर रस्ते 'च ही किते पुलिस ते धक्के चढ़ गए। इसदा किसी नूं कोई इलम नहीं सी। ਇਹ भी कुदरत का इतफाक सी कि उन्हां दिनां 'ਚ भागो ते बलजीत पिंड नहीं सन, नहीं तां शायद। बाबे दी जिंदगी 'ਚ एक वड्डा तूफान आके थम गया। इलाके 'ਚ सहम दे परछावें छा गए। समुचे लोकां ने उस नाल होए अन्याय विरुद्ध आवाज़ उठाई। इत्थों तक कि लोकल पुलिस दे मुलाजिम भी उस नाल दुख मना के गए। पर बाबे दी उही पहली सहज अवस्था बुलंद सी। कदे कदे रिंकू भी बाबे कोल आ जाता सी, पर कदे किसी ने बाबे की जुबानी नौरीए प्रति शिकवे का इजहार या कोई बोल कबोल नहीं सी सुनिया। समा अपने वहण वहिंदा हो गुजरिया। नौरी आनंद इंस्पैक्टर तो DSP बन के सेवा मुक्त हो गया। पंजाब चों काले दौर के बदल भी छट गए। बाबा नामदान सेवा सिमरन उपकार दे राह तुरता रहा। छोटा बलजीत भी जवान हो गया। एक दिन बाबे नूं सुनेहा मिलिया कि गंभीर बीमारी नाल जूझदा नौरिया जिंदगी मौत की लड़ाई लड़ रहा है ते उसनूं मिलना चाहुंदा है। पापा किसी मजबूरी वस ना जा सकिया। फिर उस तो बाद लगातार उपरोथली कई सुनेहे बाबे नूं मिले। बाबे ने जाण दी इच्छा प्रगटाई तां हर एक व्यक्ति दे पैर गड्ड के इसका विरोध किया। बहुते लोगों ने इत्थों तक कहा कि बाबा तू पुत्रां दे कातल कोल किहड़े मूँह जावेगा। पापा कह रहा सी दशमेश पिता का सरबंस शहीद करवा के
ਔਰੰਗਜ਼ੇਬ ਨੇ ਵੀ ਜ਼ਫਰਨਾਮਾ ਪੜ੍ਹ ਕੇ ਗੁਰੂ ਜੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਸੀ ਤੇ ਗੁਰੂ ਜੀ ਉਹਨਾਂ ਨੂੰ ਮਿਲਣ ਲਈ ਚੱਲ ਪਏ ਸਨ। ਜੇ ਮੈਂ ਨੌਰੀਆ ਨੂੰ ਮਿਲਣ ਚਲਾ ਗਿਆ ਤਾਂ ਕੀ ਗੁਨਾਹ ਹੋਵੇਗਾ? ਪਰ ਦਹਾਕਿਆਂ ਬਾਅਦ ਲੋਕ ਨਫ਼ਰਤ ਨੌਰੀਆ ਨੰਦ ਦੇ ਖਿਲਾਫ ਸੀ। ਇੱਕ ਦਿਨ ਤੜਕਸਾਰ ਹੀ ਬਾਬਾ ਬਿਨਾਂ ਕਿਸੇ ਨੂੰ ਖਬਰ ਕੀਤੇ ਨੌਰੀਆ ਨੰਦ ਦੇ ਘਰ ਜਾ ਪੁੱਜਿਆ। ਨੌਰੀਆ ਨੰਦ ਦੀ ਹਾਲਤ ਬੜੀ ਨਾਜ਼ੁਕ ਸੀ ਤੇ ਸਰੀਰ ਪਿੰਜਰ ਬਣ ਕੇ ਮੰਜੇ ਨਾਲ ਜੁੜਿਆ ਸੀ। ਪਤਾ ਲੱਗਾ ਕਿ ਸਰੀਰ ਤੇ ਬੁਰੀ ਤਰ੍ਹਾਂ ਕੋੜ ਫੁੱਟ ਚੁੱਕਾ ਸੀ ਤੇ ਕੀੜੇ ਪੈ ਚੁੱਕੇ ਸਨ। ਉਸਨੇ ਜਿਉਂ ਹੀ ਬਾਬੇ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ। ਬਾਬੇ ਦੇ ਆਉਣ ਦੀ ਆਸ ਉੱਕੀ ਮੁਕਾ ਚੁੱਕਾ ਸੀ। ਬੋਲਿਆ, ਤੇਰੇ ਜ਼ਖਮ ਤਾਂ ਭਰ ਚੁੱਕੇ ਆ ਧਰਮ ਸਿਆਂ, ਪਰ ਮੇਰੇ ਨਹੀਂ। ਤੂੰ ਰੱਬ ਦਾ ਵੱਡਾ ਤਬੀਬ ਹੈ, ਮੈਨੂੰ ਵੀ ਮੁਕਤੀ ਦਵਾ ਦੇ ਇਹਨਾਂ ਤੋਂ। ਜੋ ਫੱਟ ਬੰਦਾ ਬੰਦੇ ਨੂੰ ਦਿੰਦਾ ਹੈ ਉਹਨੂੰ ਤਾਂ ਡਾਢਾ ਭਰਦਿਆ ਕਰਦਾ ਹੈ, ਪਰ ਜੋ ਬੰਦੇ ਨੂੰ ਰੱਬ ਦਿੰਦਾ ਹੈ ਉਹਨਾਂ ਨੂੰ ਭਰਨਾ ਬੰਦੇ ਦੇ ਵੱਸ ਨਹੀਂ। ਧਰਮ ਸਿਉ ਨੇ ਨੌਰੀਆ ਨੰਦ ਦੇ ਸਰੀਰ ਤੋਂ ਜਿਉਂ ਹੀ ਚਾਦਰ ਚੁੱਕ ਕੇ ਵੇਖਿਆ ਤਾਂ ਵੱਡੇ ਵੱਡੇ ਡਰਾਉਣੇ ਜ਼ਖਮਾਂ ਨੇ ਉਸ ਦਾ ਸਰੀਰ ਛਲਣੀ ਕੀਤਾ ਹੋਇਆ ਸੀ। ਉਸ 'ਚ ਕੀੜੇ ਪ੍ਰਤੱਖ ਤੌਰ ਤੇ ਨਜ਼ਰੀ ਪੈ ਰਹੇ ਸਨ। ਨੌਰੀਆ ਨੰਦ ਦੀ ਇੱਕ ਲੱਤ ਨੂੰ ਟੋਟੇ ਕਰਕੇ 3 ਥਾਵਾਂ ਤੋਂ ਡਾਕਟਰਾਂ ਨੂੰ ਵੱਢਣਾ ਪਿਆ ਸੀ। ਉਹ ਬੁਰੀ ਤਰ੍ਹਾਂ ਪੀੜ ਨਾਲ ਤੜਫ ਰਿਹਾ ਸੀ ਤੇ ਬਾਬਾ ਕੁਦਰਤ ਦੀਆਂ ਬੇਪਰਵਾਹੀਆਂ ਕਿਸਮਤ ਦੀ ਕਰਵਟ ਦਾ ਤਕਾਜ਼ਾ ਮਾਪ ਰਿਹਾ ਸੀ। ਮੈਂ ਇਹਨਾਂ ਜ਼ਖਮਾਂ ਤੋਂ ਮੁਕਤੀ ਚਾਹੁੰਦਾ ਧਰਮ ਸਿਆਂ। ਰੱਬ ਜ਼ਰੂਰ ਮੁਕਤੀ ਦਿਵਾਏਗਾ ਪਿਆਰਿਓ, ਮੈਂ ਇਹਨਾਂ ਜ਼ਖਮਾਂ ਤੇ ਮਲਮ ਲਗਾਉਣ ਆਇਆ, ਧਰਮ ਸਿਉ ਨੇ ਕਿਹਾ। ਧਰਮ ਸਿਆਂ, ਮੈਂ ਤੇਰੇ ਪੁੱਤ ਮਾਰਤੇ ਤੇ ਤੂੰ ਉਹਨਾਂ ਜ਼ਖਮਾਂ ਨੂੰ ਭੁੱਲ ਕੇ ਮੇਰੇ ਜ਼ਖਮਾਂ ਤੇ ਮਲਮ ਲਗਾਉਣ ਦੀ ਗੱਲ ਕਰਦਾ। ਕਿੰਨਾ ਅਜੀਬ ਇਨਸਾਨ ਹੈ ਤੂੰ। ਨੌਰੀਆ ਹੈਰਾਨ ਸੀ। ਤੂੰ ਭਾਈ ਕਨਈਏ ਨੂੰ ਨਹੀਂ ਜਾਣਦਾ? ਨੌਰੀਏ ਨੇ ਹਾਂ 'ਚ ਸਿਰ ਹਿਲਾਇਆ। ਫਿਰ ਬੇਗਾਨੇ ਫੱਟ ਸਮੇਟਣ ਦੀ ਜਿਹੜੀ ਮਲਮ ਗੁਰੂ ਜੀ ਨੇ ਉਹਨੂੰ ਦਿੱਤੀ ਸੀ, ਮੈਂ ਉਹੀ ਅੱਜ ਤੇਰੇ ਲਈ ਲੈ ਕੇ ਆਇਆ। ਮੈਂ ਤੈਨੂੰ ਇਸ ਲਈ ਨਹੀਂ ਬੁਲਾਇਆ ਧਰਮ ਸਿਆਂ, ਤੇ ਫਿਰ ਕਿਸ ਲਈ ਬੁਲਾਇਆ? ਤੈਨੂੰ ਯਾਦ ਹੈ ਜਿੱਦਣ ਤੂੰ ਆਪਣੇ ਪੁੱਤਾਂ ਦੀਆਂ ਲਾਸ਼ਾਂ ਤੱਕੀਆਂ ਸਨ, ਉਦੋਂ ਤੂੰ ਲੰਬੀ ਅਰਦਾਸ ਕੀਤੀ ਸੀ। ਇਬਾਦਤ ਤੇ ਅਰਦਾਸ ਤਾਂ ਸਦਾ ਹੀ ਕਰਦਾ ਹਾਂ ਮੈਂ। ਇੱਦਾਂ ਹੀ ਇੱਕ ਅਰਦਾਸ ਤੇਰੇ ਛੋਟੇ ਪੁੱਤ ਨੇ ਉਦੋਂ ਵੀ ਕੀਤੀ ਸੀ ਜਦੋਂ ਜੰਡ ਨਾਲ ਬੰਨ੍ਹ ਕੇ ਅਸੀਂ ਉਹਨਾਂ ਦੇ ਗੋਲੀਆਂ ਮਾਰੀਆਂ ਸਨ। ਮੈਂ ਝੂਠ ਬੋਲਿਆ ਸੀ, ਤੇਰੇ ਪਿੰਡ ਦੇ ਰਜਵਾਹੇ ਦੇ ਕੋਲ ਕੋਈ ਮੁਕਾਬਲਾ ਨਹੀਂ ਸੀ ਹੋਇਆ। ਮੁਕਾਬਲਾ ਤਾਂ ਅਸੀਂ ਤਕੀਏ ਦੀ ਪਗਡੰਡੀ ਲਾਗੇ ਪੈਂਦੇ ਜੰਡ ਕੋਲ ਫਰਜ਼ੀ ਬਣਾਇਆ ਸੀ। ਇੰਨਾ ਕੁ ਇਲਮ ਤਾਂ ਮੈਨੂੰ ਪਹਿਲਾਂ ਹੀ ਸੀ। ਧਰਮ ਸਿੰਘ ਨੌਰੀਆ ਨੰਦ ਦੀ ਜ਼ੁਬਾਨੀ ਸੱਚ ਦੀਆਂ ਪਰਤਾਂ ਖੋਲ੍ਹਦੀਆਂ ਸੁਣ ਰਿਹਾ ਸੀ। ਅੱਜ ਮੈਨੂੰ ਕਦੇ ਕਦੇ ਇਹ ਲੱਗਦਾ ਹੈ ਕਿ ਤੇਰੇ ਪੁੱਤ ਦੀ ਉਸੇ ਅਰਦਾਸ ਦਾ ਸਰਾਪ ਮੈਂ ਅੱਜ ਭੁਗਤ ਰਿਹਾ ਹਾਂ ਤੇ ਮੇਰੇ ਜਿਸਮ ਦੀ ਆਹ ਤਰਾਸ ਦੀ ਉਸੇ ਅਰਦਾਸ ਦਾ ਪ੍ਰਤਾਪ ਹੈ। ਉਦੋਂ ਮੈਂ ਕਿਹਾ ਸੀ ਕਿ ਮੇਰਾ ਲਹੂ ਅੱਤਵਾਦੀ ਨਹੀਂ ਹੋ ਸਕਦਾ, ਇਹ ਤਾਂ ਸੱਚ ਹੋ ਗਿਆ। ਪਰ ਅੱਜ ਮੈਂ ਇਹ ਕਹਿੰਦਾ ਹਾਂ ਕਿ ਮੇਰਾ ਲਹੂ ਕਿਸੇ ਦਾ ਬੁਰਾ ਵੀ ਨਹੀਂ ਜਿੱਤ ਸਕਦਾ। ਤੈਨੂੰ ਭੁਲੇਖਾ ਹੈ ਨੌਰੀਆ ਨੰਦ। ਉਦੋਂ ਤੇਰੇ ਪੁੱਤ ਨੇ ਜ਼ਰੂਰ ਅਰਦਾਸ ਕੀਤੀ ਹੋਏਗੀ ਮੇਰੇ ਲਈ, ਜੇ ਨਹੀਂ ਤਾਂ ਆਪਣੇ ਲਈ। ਪਰ ਮੈਂ ਕਹਿੰਦਾ ਅੱਜ ਅਰਦਾਸ ਤੂੰ ਕਰ ਮੇਰੇ ਲਈ। ਉਹ ਅਰਦਾਸਾਂ ਤੇ ਪ੍ਰਤੱਖ ਹੋ ਰਹੀਆਂ ਨੇ। ਅੱਜ ਦੀ ਤੇਰੀ ਕੀਤੀ ਅਰਦਾਸ ਵੀ ਪ੍ਰਤੱਖ ਹੋ ਨਿਬੜੇਗੀ। ਨੌਰੀਆ ਨੰਦ ਦੀ ਜ਼ੁਬਾਨੀ ਤਰਲਾ ਸੀ, ਜਿਵੇਂ ਜ਼ਖਮਾਂ ਨੇ ਉਸ ਦਾ ਸਾਰਾ ਫਤੂਰ ਤੋੜ ਦਿੱਤਾ ਹੋਵੇ। ਠੀਕ ਹੈ ਨੌਰੀਆ ਨੰਦ, ਮੈਂ ਅਰਦਾਸ ਕਰਾਂਗਾ ਕਿ ਪਰਮਾਤਮਾ ਤੇਰੇ ਜ਼ਖਮਾਂ ਦੀ ਤਾਬ ਦੇ ਤੇ ਤੇਰਾ ਸਾਰਾ ਦੁੱਖ ਖਤਮ ਕਰ ਦੇ। ਨਹੀਂ ਧਰਮ ਸਿਆਂ ਨਹੀਂ, ਤੂੰ ਅਰਦਾਸ ਇਹ ਕਰ ਕਿ ਮੈਨੂੰ ਮੌਤ ਆ ਜਾਵੇ। ਮੈਨੂੰ ਮਾਫ ਕਰੋ ਨੌਰੀਆ ਨੰਦ, ਮੈਂ ਕਿਸੇ ਦੀ ਮੌਤ ਦੀ ਅਰਦਾਸ ਨਹੀਂ ਕਰਦਾ। ਜ਼ਿੰਦਗੀ ਮੌਤਾਂ ਡਾਢੇ ਦੇ ਵੱਸ ਹੈ। ਧਰਮ ਸਿੰਘ ਸਪਸ਼ਟ ਮੁਨਕਰ ਹੋ ਗਿਆ। ਕਿਤੇ ਤੂੰ ਏਦਾਂ ਤੇ ਨਹੀਂ ਸੋਚ ਰਿਹਾ ਕਿ ਮੈਂ ਤੇਰੇ ਪੁੱਤਾਂ ਦਾ ਕਾਤਲ ਹਾਂ? ਨੌਰੀਆ ਨੰਦ ਦੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ। ਤੂੰ ਤਾਂ ਨਹੀਂ ਅਰਦਾਸ ਕਰ ਰਿਹਾ, ਖੈਰ ਮੌਤ ਤਾਂ ਖੁਦ ਮੰਗ ਰਿਹਾ। ਸਮੇਂ ਦਾ ਕੌੜਾ ਸੱਚ ਤਾਂ ਤੈਨੂੰ ਸਿਰ ਝੁਕਾ ਕੇ ਕਬੂਲਣਾ ਹੀ ਪਵੇਗਾ। ਕਾਤਲ ਤਾਂ ਤੂੰ ਇਕੱਲੇ ਮੇਰੇ ਦੋਹਾਂ ਦਾ ਨਹੀਂ, ਦਰਜਨਾਂ ਹੋਰ ਮਾਵਾਂ ਦੇ ਪੁੱਤਾਂ ਦਾ ਵੀ ਹੈ। ਪਰ ਧਰਮ ਸਿਆ, ਮੈਂ ਤੇਰੇ ਪੁੱਤਾਂ ਦਾ ਕਾਤਲ ਹੋ ਕੇ ਵੀ ਤੇਰਾ ਅਹਿਸਾਨ ਮੰਨਦਾ ਕਿ ਤੂੰ ਮੇਰੇ ਪੁੱਤ ਨੂੰ ਬਚਾਉਣ ਵਾਲਾ ਹੈ। ਧਰਮ ਸਿਉ ਇਸ ਉਪਕਾਰ ਦੀ ਸਿਫਤ ਸ਼ਾਇਦ ਨੌਰੀਆ ਨੰਦ ਦੀ ਜ਼ੁਬਾਨੀ ਨਹੀਂ ਸੀ ਸੁਣਨਾ ਚਾਹੁੰਦਾ। ਉਹ ਕਾਦਰ ਦੀ ਕੁਦਰਤ ਨੂੰ ਸਜਦਾ ਕਰਦਾ ਮੁੜ ਪਿਆ। ਕੁਝ ਪੈਂਡਾ ਸਰ ਕਰਨ ਤੋਂ ਬਾਅਦ ਉਸ ਨੂੰ ਅਚਨਚੇਤ ਰਿੰਕੂ ਮਿਲਿਆ ਤਾਂ ਬਾਬੇ ਨੇ ਉਸ ਨੂੰ ਸਾਰੀ ਗੱਲ ਦੱਸੀ। ਰਿੰਕੂ ਨੇ ਦੱਸਿਆ ਕਿ ਪਾਪਾ ਦੀ ਡੈਥ ਹੋ ਗਈ ਹੈ ਹੁਣੇ, ਤੇ ਮੈਂ ਘਰ ਜਾ ਰਿਹਾ ਹਾਂ।
ਧਰਮ ਸਿਉ ਪੁੱਤਾਂ ਦੇ ਕਤਲ ਦੇ ਚਸ਼ਮਦੀਦ ਗਵਾਹ ਜੰਡ ਹੇਠ ਖਲੋਤਾ ਕਦੇ ਕਦੇ ਆਪਣੇ ਪੁੱਤਰਾਂ ਦੇ ਝੂਠੇ ਪੁਲਿਸ ਮੁਕਾਬਲੇ ਦਾ ਮੰਜ਼ਰ ਤਸੱਵਰ 'ਚ ਤੱਕ ਰਿਹਾ ਸੀ ਤੇ ਕਦੇ ਸੋਚ ਰਿਹਾ ਸੀ ਕਿ ਉਸ ਨੂੰ ਨੌਰੀ ਆਨੰਦ ਦੀ ਅਰਥੀ ਨੂੰ ਮੋਢਾ ਦੇਣ ਜਾਣਾ ਚਾਹੀਦਾ ਹੈ ਜਾਂ ਨਹੀਂ। ਦੋਸਤੋ, ਇਹ ਸੀ ਅੱਜ ਦੀ ਕਹਾਣੀ ਨਿਰਭਉ ਨਿਰਵੈਰ। ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ। ਅਗਲੀ ਵਾਰੀ ਫਿਰ ਮਿਲਦੇ ਹਾਂ ਇੱਕ ਨਵੀਂ ਕਹਾਣੀ ਲੈ ਕੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।